ਸਤਿ ਸ਼੍ਰੀ ਅਕਾਲ ਦਰਸ਼ਕੋ, ਅੱਜ ਤੁਹਾਡਾ ਨਵਾਂ ਜ਼ਮਾਨਾ ਟੀਵੀ ਦੇ ਕਾਨੂੰਨੀ ਜਾਣਕਾਰੀ ਪ੍ਰੋਗਰਾਮ ਵਿੱਚ ਸਵਾਗਤ ਹੈ। ਤੇ ਸਾਡਾ ਅੱਜ ਦਾ ਵਿਸ਼ਾ ਹੈ ਅਦਾਲਤਾਂ ਰਾਹੀਂ ਵਿਆਹ। ਇਸੇ ਵਿਸ਼ੇ ਉੱਤੇ ਅੱਜ ਅਸੀਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਾਨੂੰ ਇਹ ਦੱਸੋ ਕਿ ਅਦਾਲਤੀ ਵਿਆਹ ਕੀ ਹੁੰਦੇ ਹਨ? ਦੇਖੋ ਜੀ, ਵੀ ਅਦਾਲਤੀ ਵਿਆਹ ਦਾ ਜੇ ਸਮਝਿਆ ਜਾਵੇ ਤਾਂ ਹੁੰਦੇ ਵੀ ਆ, ਤਾਂ ਜੇ ਨਾ ਸਮਝਿਆ ਜਾਵੇ ਤਾਂ ਨਹੀਂ ਵੀ ਹੁੰਦੇ। ਆਮ ਲੋਕ ਇਹ ਆ ਵੀ ਜਦੋਂ ਕੋਈ ਜਾ ਕੇ ਕਚਹਿਰੀ 'ਚ ਵਿਆਹ ਕਰ ਲੈਂਦਾ ਕਿਸੇ ਤਰ੍ਹਾਂ ਦਾ ਵੀ, ਤਾਂ ਉਹ ਕਹਿੰਦਾ ਮੈਂ ਅਦਾਲਤ ਨਾਲ ਵਿਆਹ ਕੀਤਾ। ਫਾਰ ਐਗਜ਼ਾਮਪਲ ਵੀ ਜਿੱਦਾਂ ਮੁੰਡਾ ਕੁੜੀ ਮਰਜ਼ੀ ਨਾਲ ਵਿਆਹ ਕਰਦੇ ਆ, ਘਰ ਦੇ ਸਹਿਮਤ ਨਹੀਂ ਹੁੰਦੇ, ਉਹ ਜਾ ਕੇ ਵਕੀਲਾਂ ਭਾਅ ਚਲੇ ਜਾਂਦੇ ਆ ਅਤੇ ਵਕੀਲਾਂ ਨੂੰ ਕਹਿੰਦੇ ਵੀ ਸਾਡਾ ਵਿਆਹ ਕਰੋ। ਅਤੇ ਵਿਆਹ ਕਰਨ ਦਾ ਕੋਈ ਤਰੀਕਾ, ਕੋਈ ਅਦਾਲਤ ਇੱਦਾਂ ਦੀ ਨਹੀਂ ਬੈਠੀ ਕਿ ਜਿਹੜਾ ਉਹਨਾਂ ਦਾ ਵਿਆਹ ਕਰ ਦੇਵੇ, ਕਿਉਂਕਿ ਸਾਡੇ ਦੇਸ਼ ਵਿੱਚ ਹਿੰਦੂ ਮੈਰਿਜ ਐਕਟ ਲੱਗਦਾ। ਜੇ ਤੁਸੀਂ ਹਿੰਦੂ ਆ ਤੁਹਾਡੇ ਵਿੱਚੋਂ, ਅਤੇ ਤੁਸੀਂ ਉਹ ਇੱਕ ਅਦਾਲਤ ਹੈ ਜਿਹਦੇ ਵਿੱਚ ਜਾ ਕੇ ਤੁਸੀਂ ਸਿਰਫ ਤੁਹਾਡਾ ਵਿਆਹ ਰਜਿਸਟਰ ਹੋ ਸਕਦਾ, ਵਿਆਹ ਨਹੀਂ ਹੋ ਸਕਦਾ। ਵਿਆਹ ਤੁਸੀਂ ਆਪਣੇ ਘਰ ਕਰਨਾ, ਵਿਆਹ ਤੁਸੀਂ ਆਪਣੇ ਮੰਦਿਰ 'ਚ ਕਰਨਾ, ਵਿਆਹ ਤੁਸੀਂ ਆਪਣੇ ਗੁਰਦੁਆਰੇ ਕਰਨਾ, ਜਾਂ ਜਿਸ ਧਰਮ ਨੂੰ ਜਿੱਥੇ ਵੀ ਮੰਨਦੇ ਹੋ ਕਰਨਾ। ਤਾਂ ਜਦੋਂ ਤੁਸੀਂ ਵਿਆਹ ਕਰ ਲੈਂਦੇ ਆ ਅਤੇ ਫਿਰ ਤੁਸੀਂ ਲੋੜ ਮਹਿਸੂਸ ਕਰਦੇ ਆ, ਜਿੱਦਾਂ ਸਰਕਾਰ ਨੇ ਹੁਣ ਕਾਨੂੰਨ ਹੀ ਬਣਾ ਦਿੱਤਾ, ਜਾਂ ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਆ ਅਤੇ ਉੱਥੇ ਉਹ ਕਹਿੰਦੇ ਆ ਵੀ ਜੇ ਤੁਸੀਂ ਵਿਆਹੇ ਹੋਏ ਆ ਅਤੇ ਆਪਣਾ ਸਰਟੀਫਿਕੇਟ ਦਿਓ, ਜਾਂ ਜਦੋਂ ਆਪਣੇ ਮਾਂ ਪਿਓ ਨੂੰ ਮੰਗਾਉਂਦੇ ਆ ਅਤੇ ਉਹ ਕਹਿੰਦੇ ਤੁਸੀਂ ਮਾਂ ਪਿਓ ਦਾ ਸਰਟੀਫਿਕੇਟ ਦਿਓ, ਅਤੇ ਮਾਂ ਪਿਓ ਆਪਣੀ ਮੈਰਿਜ ਜਿਹੜੀ ਉਹ ਰਜਿਸਟਰ ਕਰਾਉਂਦੇ ਆ। ਅਤੇ ਹਾਲੇ ਤੱਕ ਤਾਂ ਇਹ ਆ ਕਿ ਸਾਡੀਆਂ ਅਦਾਲਤਾਂ ਵਿੱਚ ਹਿੰਦੂ ਮੈਰਿਜ ਐਕਟ ਜਿਹੜਾ ਜਿੱਥੇ ਲਾਗੂ ਹੁੰਦਾ, ਉਹ ਸਿਰਫ ਜਿਹਨਾਂ ਦਾ ਵਿਆਹ ਪਹਿਲਾਂ ਹੋਇਆ ਹੁੰਦਾ ਉਹ ਵਿਆਹ ਨੂੰ ਸਿਰਫ ਰਜਿਸਟਰ ਕਰਦੇ ਆ, ਵਿਆਹ ਨਹੀਂ ਕਰਦੇ। ਵਿਆਹ ਜਿਹੜੇ ਆ ਉਹ ਘਰ ਦੇ ਕਰਦੇ ਆ ਜਾਂ ਤੁਹਾਡੇ ਰਿਸ਼ਤੇਦਾਰ ਕਰਦੇ ਆ ਵਿਆਹ ਹੋਣ ਤੋਂ ਬਾਅਦ, ਅਤੇ ਵਿਆਹ ਜਿਹੜਾ ਰਜਿਸਟਰ ਕੀਤਾ ਜਾਂਦਾ। ਹੁਣ ਰਹੀ ਗੱਲ ਵੀ ਇਹ ਲੋਕ ਆਮ ਕਿਉਂ ਕਹਿੰਦੇ ਆ ਕਿ ਉਹਨੇ ਜਾ ਕੇ ਅਦਾਲਤ ਵਿੱਚ ਵਿਆਹ ਕਰਾ ਲਿਆ। ਮੰਨ ਲਓ ਇੱਕ ਕੁੜੀ ਅਤੇ ਲੜਕਾ ਤੀਵੀਂ ਆਦਮੀ ਜਿਹੜੇ ਬਣ ਗਏ ਆ, ਉਹਨੇ ਕੋਈ ਆਪੋ ਵਿੱਚ ਵਿਆਹ ਕਰ ਲਿਆ ਜਾਂ ਇਕੱਠਾ ਰਹਿਣਾ ਚਾਹੁੰਦੇ ਆ, ਉਹ ਘਰੋਂ ਦੌੜ ਜਾਂਦੇ ਆ, ਘਰਦਿਆਂ ਨੂੰ ਨਹੀਂ ਦੱਸਦੇ, ਜਾਂ ਕਿਤੇ ਜਾ ਕੇ ਉਹ ਗੁਰਦੁਆਰੇ 'ਚ ਜਾਂ ਮੰਦਿਰ 'ਚ ਭਾਈ ਨੂੰ ਕਹਿ ਕੇ ਲਾਵਾਂ ਲੈ ਲੈਂਦੇ, ਦੱਸਣ ਲਈ ਵੀ ਸਾਡਾ ਵਿਆਹ ਹੋਇਆ ਆ, ਅਤੇ ਫਿਰ ਵਕੀਲ ਪਾਸ ਚਲੇ ਜਾਂਦੇ ਆ ਅਤੇ ਕਹਿੰਦੇ ਵੀ ਸਾਨੂੰ ਯਾਰ ਕੋਈ ਇਹਦਾ ਵਿਆਹ ਦਾ ਸਬੂਤ ਬਣਾ ਦਿਓ। ਘਰ ਦੇ ਮਗਰ ਪਏ ਆ, ਪੁਲਿਸ ਮਗਰ ਪਈ ਆ, ਜਾਂ ਹੋਰ ਕੋਈ ਗੱਲ ਆ। ਤਾਂ ਫਿਰ ਵਕੀਲ ਕੀ ਕਰਦੇ ਆ ਕਿ ਉਹਨਾਂ ਬੰਦਿਆਂ ਨੂੰ ਲੈ ਕੇ ਉਹਨਾਂ ਨੂੰ ਸਾਰਾ ਕੁਝ ਪੁੱਛ ਕੇ ਬਈ ਉਹਨਾਂ ਦੀ ਉਮਰ ਕਿੰਨੀ ਆ, ਜਾਂ ਤੁਹਾਡਾ ਪਹਿਲਾਂ ਵਿਆਹ ਤਾਂ ਨਹੀਂ ਹੋਇਆ, ਕੋਈ ਡਾਈਵੋਰਸ ਤਾਂ ਨਹੀਂ ਹੋਇਆ, ਜੇ ਹੋਇਆ ਤਾਂ ਤੁਸੀਂ ਆਪਣਾ ਸਰਟੀਫਿਕੇਟ ਦਿਓ। ਉਹ ਉਹਨਾਂ ਦਾ ਇੱਕ ਹਲਫੀਆ ਬਿਆਨ ਲੜਕਾ ਲੱਗ ਦਿੰਦਾ, ਲੜਕੀ ਦਾ ਅਲੱਗ ਬਿਆਨ ਹਲਫੀਆ ਬਿਆਨ ਬਣਾਉਂਦੇ ਆ। ਉਹਦੇ ਵਿੱਚ ਲਿਖਦੇ ਆ ਕਿ ਆਹ ਜਿਹੜਾ ਅਸੀਂ ਵਿਆਹ ਕੀਤਾ ਹੈ ਜਾਂ ਹੁਣ ਜਿਹਨੂੰ ਰਜਿਸਟਰ ਕਰਾਉਣ ਲੱਗੇ ਆ, ਇਹ ਜਿਹੜਾ ਵਿਆਹ ਹੈ ਇਹ ਅਸੀਂ ਆਪਣੀ ਮਰਜ਼ੀ ਨਾਲ ਕੀਤਾ, ਅਸੀਂ ਦੋਨੇ ਮੇਜਰ ਆ, ਅਸੀਂ ਕਿਸੇ ਦਬਾਅ 'ਚ ਨਹੀਂ ਕੀਤਾ, ਅਸੀਂ ਆਪਣੀ ਮਰਜ਼ੀ ਦੇ ਨਾਲ ਕੀਤਾ ਆ, ਬਿਨਾਂ ਦਹੇਜ ਦੇ ਉੱਤੋਂ ਕੀਤਾ ਆ। ਮੈਂ ਜਦ ਤੱਕ ਇਹਦੀ ਔਰਤ ਰਹਾਂਗੀ ਅਤੇ ਮੈਂ ਇੱਕ ਔਰਤ ਵਾਲੇ ਜਾਂ ਤੀਵੀਂ ਵਾਲੇ ਸਾਰੇ ਫਰਜ਼ ਨਿਭਾਉਂਦੀ ਰਹਾਂਗੀ। ਅਤੇ ਆਦਮੀ ਆਪਣੇ ਐਫੀਡੇਵਿਟ ਵਿੱਚ ਲਿਖਦਾ ਕਿ ਜੇ ਮੈਂ ਇਹਦਾ ਬਤੌਰ ਆਦਮੀ ਮੈਂ ਇਕਰਾਰ ਕਰਦਾ, ਮੈਂ ਵਾਅਦਾ ਕਰਦਾ ਕਿ ਜਦ ਤੱਕ ਇਹ ਮੇਰੇ ਬਸੇਗੀ ਜਾਂ ਮੈਨੂੰ ਰੱਖਾਂਗਾ ਜਾਂ ਅਸੀਂ ਇਕੱਠੇ ਰਹਾਂਗੇ, ਤਾਂ ਮੈਂ ਇੱਕ ਪਤੀ ਵਾਲੇ ਉਹ ਸਾਰੇ ਫਰਜ਼ ਨਿਭਾਵਾਂਗਾ ਜਿਹੜੇ ਇੱਕ ਪਤੀ ਨੂੰ ਚਾਹੀਦੇ ਆ। ਉਹ ਇੱਦਾਂ ਦੇ ਇੱਕ ਐਫੀਡੇਵਿਟ ਬਣਾ ਲੈਂਦੇ ਆ, ਉਹਦੇ ਵਿੱਚ ਲਿਖਦੇ ਆ ਕਿ ਜਿਹੜਾ ਅਸੀਂ ਭਾਵੇਂ ਦੌੜ ਕੇ ਵਿਆਹ ਕਰਾਇਆ, ਘਰਦਿਆਂ ਦੀ ਮਰਜ਼ੀ ਤੋਂ ਬਗੈਰ ਕਰਾਇਆ, ਪਰ ਇਹ ਸਾਡਾ ਜਿਹੜਾ ਵਿਆਹ ਆ ਇਹ ਸਾਡੇ ਖੂਨੀ ਰਿਸ਼ਤੇ ਵਿੱਚ ਨਹੀਂ, ਮਾਮੇ ਦੀ ਧੀ, ਭੂਆ ਦੀ ਧੀ, ਚਾਚੇ ਦੀ ਧੀ, ਜੋ ਤੁਹਾਡੇ ਰਿਸ਼ਤੇਦਾਰ ਆ, ਅਤੇ ਰਿਸ਼ਤੇਦਾਰੀ ਵਿੱਚ ਵਿਆਹ ਨਹੀਂ। ਉਹ ਜਦੋਂ ਲਿਖ ਦਿੰਦੇ ਆ ਬਿਨਾਂ ਦਾਜ ਤੋਂ ਕਰਾਇਆ, ਬਿਲਕੁਲ ਸਾਦੇ ਢੰਗ ਨਾਲ ਕਰਾਇਆ, ਅਤੇ ਉਹ ਤੁਹਾਡੇ ਐਫੀਡੇਵਿਟ ਹੋ ਜਾਂਦੇ ਆ। ਉਹਨਾਂ ਨੂੰ ਤੁਸੀਂ ਜਾ ਕੇ ਉਹ ਵਕੀਲ ਕੀ ਕਰਦੇ ਆ, ਉਹਨੂੰ ਪਬਲਿਕ ਨੋਟਿਸ ਤੋਂ ਟੈਸਟ ਕਰਦੇ ਆ, ਉਹ ਇੱਕ ਤੁਹਾਡੇ ਬਿਆਨ ਹੋ ਜਾਂਦੇ ਆ। ਉਹ ਆਮ ਕਰਕੇ ਬਿਆਨ ਨੂੰ ਲੈ ਕੇ ਅਤੇ ਜਿਹੜੇ ਤੁਹਾਡੇ ਕੋਲ ਹੁੰਦੇ ਆ ਉਹਦੀ ਫੋਟੋ ਸਟੇਟ ਕਰਾ ਕੇ ਉਹ ਫਿਰ ਜਿਹੜੀ ਜੋੜੀ ਆ ਉਹ ਘਰਦਿਆਂ ਨੂੰ ਵੀ ਇੱਕ ਉਹਦੀ ਕਾਪੀ ਭੇਜ ਦਿੰਦੇ ਆ, ਭਈ ਯਾਦ ਰੱਖੋ ਅਸੀਂ ਤਾਂ ਵਿਆਹ ਕਰਾ ਲਿਆ, ਆਹ ਸਾਡਾ ਐਫੀਡੇਵਿਟ ਆ। ਇੱਦਾਂ ਹੀ ਉਹ ਪੁਲਿਸ ਨੂੰ ਥਾਣੇ ਵੀ ਭੇਜ ਦਿੰਦੇ ਆ ਵੀ ਤੁਸੀਂ ਸਾਨੂੰ ਫੜਦੇ ਫਿਰਦੇ ਆ ਜਾਂ ਟੋਲਦੇ ਫਿਰਦੇ ਆ ਜਾਂ ਟੋਲੂਗੇ, ਕੋਈ ਦੌੜ ਭੱਜ ਦੀ ਲੋੜ ਨਹੀਂ, ਅਸੀਂ ਆਪਣੀ ਮਰਜ਼ੀ ਨਾਲ ਇੱਕ ਇਕੱਠੇ ਹੋ ਗਏ ਆ, ਵਿਆਹ ਕਰ ਲਿਆ ਆ, ਅਤੇ ਆਹ ਸਾਡਾ ਐਫੀਡੇਵਿਟ ਆ। ਉਹ ਫਿਰ ਇਸ ਕਰਕੇ ਆਮ ਕਰਕੇ ਕਹਿੰਦੇ ਆ
ਕਿ ਉਹਨੇ ਦੌੜ ਕੇ ਜਾ ਕੇ ਅਦਾਲਤ ਵਿੱਚ ਵਿਆਹ ਕਰਾ ਲਿਆ। ਉਹ ਅਸਲ 'ਚ ਵਿਆਹ ਨਹੀਂ ਹੁੰਦਾ, ਇੱਕ ਹਲਫੀਆ ਬਿਆਨ ਦੀ ਫੋਰਮ ਹੁੰਦੀ ਆ, ਜਿਹੜਾ ਉਹਨੂੰ ਅਟੈਸਟ ਆ, ਤੁਹਾਡਾ ਹਲਫੀਆ ਬਿਆਨ ਆ, ਆਮ ਕਰਕੇ ਨੋਟਰੀ ਪਬਲਿਕ ਤੋਂ ਕਰਾ ਲੈਂਦੇ ਆ। ਉਹ ਉਹਨਾਂ ਨੂੰ ਪੁੱਛਦੇ ਆ ਵੀ ਤੇਰੀ ਉਮਰ ਕਿੰਨੀ ਆ, ਉਹਦੇ ਕਾਗਜ਼ ਪੱਤਰ ਦੇਖਦੇ ਆ, ਸਾਰੀਆਂ ਗੱਲਾਂ ਪੁੱਛ ਕੇ ਜਦੋਂ ਤਸੱਲੀ ਹੋ ਜਾਂਦੀ ਆ, ਜੇ ਕੋਈ ਕੋਲ ਹੋਵੇ ਤਾਂ ਉਹਦੀ ਅਗਵਾਈ ਵੀ ਪਾ ਲੈਂਦੇ ਆ। ਜਿੱਦਾਂ ਅੱਜ ਕੱਲ੍ਹ ਫੋਟੋ ਲੱਗਦੀ ਆ ਜਾਂ ਆਧਾਰ ਕਾਰਡ ਲੱਗਦਾ, ਉਹ 'ਤੇ ਲਾ ਕੇ ਉਹਨੂੰ ਅਟੈਸਟ ਕਰ ਦਿੰਦੇ ਆ ਕਿ ਮੇਰੇ ਸਾਹਮਣੇ ਨਹੀਂ ਇਹ ਵਿਆਹ ਆ ਬਿਆਨ ਦਿੱਤੇ ਆ, ਮੈਂ ਇਹਨੂੰ ਤਸਦੀਕ ਕਰਦਾ। ਉਹ ਅਸਲ 'ਚ ਉਹ ਵਿਆਹ ਹੁੰਦਾ, ਉਹਨੂੰ ਵਿਆਹ ਕਹਿ ਦਿੱਤਾ ਜਾਂਦਾ। ਪਰ ਅਦਾਲਤਾਂ ਵਿੱਚ ਕੋਈ ਇੱਦਾਂ ਦੀ ਅਦਾਲਤ ਨਹੀਂ ਬੈਠੀ ਜਿਹੜੇ ਦੋ ਹਿੰਦੂਆਂ ਦੀ ਜਾਂ ਸਿੱਖਾਂ ਦੀ ਜਾਂ ਜਿਹਨਾਂ 'ਤੇ ਹਿੰਦੂ ਲਾ ਲੱਗਦਾ ਹੈ, ਜਿਹੜੇ ਹਿੰਦੂ ਲਾ ਦੇ ਥੱਲੇ ਆਉਂਦੇ ਆ ਵੀ ਉਹ ਕੋਈ ਅਦਾਲਤ ਕੋਈ ਵਿਆਹ ਕਰਦੀ ਹੋਵੇ। ਤੁਹਾਡੇ ਵਿਆਹ ਹੋਏ ਹੋਣ ਤਾਂ ਉਹਨੂੰ ਰਜਿਸਟਰ ਤਾਂ ਕਰ ਸਕਦੀ ਆ, ਰਜਿਸਟਰ ਕਰਦੇ ਆ। ਉਹ ਜਿਹੜੀਆਂ ਪਾਵਰਾਂ ਰਜਿਸਟਰ ਕਰਦੀਆਂ ਉਹ ਆਮ ਕਰਕੇ ਜਿਹੜੀਆਂ ਹੈ ਉਹ ਤਹਿਸੀਲਦਾਰ ਪਾਸ ਹੁੰਦੀਆਂ ਹਨ। ਉਹ ਰਜਿਸਟਰਾਰ ਆਫ ਮੈਰਿਜ ਹੁੰਦਾ, ਜਿਹੜਾ ਉਹਦੇ ਮੂਹਰੇ ਪੇਸ਼ ਹੁੰਦਾ। ਉਹ ਤਹਿਸੀਲਦਾਰ ਉਸ ਹਸੀਅਤ ਵਿੱਚ ਦਸਤਖਤ ਕਰਦਾ ਵੀ ਮੈਰਿਜ ਰਜਿਸਟਰਾਰ ਹੈਗਾ, ਉਹ ਉਹਦੇ ਉੱਤੇ ਦਸਤਖਤ ਕਰਦਾ। ਉਹਦੇ ਵਿੱਚ ਜਿਹੜਾ ਜਦੋਂ ਉਹ ਮੈਰਿਜ ਜਿਹੜੀ ਰਜਿਸਟਰ ਕਰਦਾ, ਉਹ 'ਚ ਜਿਹੜਾ ਪਹਿਲਾ ਵਿਆਹ ਹੁੰਦਾ ਉਹਦੇ ਸਾਰੇ ਜਿਹੜੇ ਸਬੂਤ ਆ ਉਹ ਜਟਾਏ ਜਾਂਦੇ ਆ। ਵਿਆਹ ਦੀਆਂ ਫੋਟੋ ਲਗਾਈਆਂ ਜਾਂਦੀਆਂ, ਵਿਆਹ ਦਾ ਜਿਹੜਾ ਕਾਰਡ ਹੈ ਉਹ ਨਾਲ ਲਾਇਆ ਜਾਂਦਾ। ਅਤੇ ਵਿਆਹ ਜਿਹੜਾ ਜੇ ਗੁਰਦੁਆਰੇ ਵਾਲੇ ਨੇ ਕੀਤਾ ਹੋਵੇ ਜਾਂ ਮੰਦਰ ਵਾਲੇ ਨੇ ਕੀਤਾ ਹੋਵੇ, ਉਹ ਸਰਟੀਫਿਕੇਟ ਜਿਹੜਾ ਨਾਲ ਲਾਇਆ ਜਾਂਦਾ। ਉਹ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਕੇ ਦੋਨਾਂ ਦੇ ਮਾਂ ਪਿਓ ਦੀ ਅਗਵਾਈ ਲੈ ਕੇ ਜਾਂ ਨਾਲ ਲੰਬੜਦਾਰ ਦੀ ਅਗਵਾਈ ਪਵਾ ਕੇ, ਅਤੇ ਜਦੋਂ ਉਹਨੂੰ ਤਸੱਲੀ ਹੋ ਜਾਂਦੀ ਆ ਕਿ ਇਹਨਾਂ ਦਾ ਵਿਆਹ ਠੀਕ ਹੋਇਆ, ਅਤੇ ਉਹ ਉਹਨੂੰ ਰਜਿਸਟਰ ਕਰ ਦਿੰਦੇ ਆ। ਉਹ ਫਿਰ ਰਜਿਸਟਰ ਕਰਕੇ ਤੁਹਾਨੂੰ ਇੱਕ ਵਿਆਹ ਦਾ ਸਰਟੀਫਿਕੇਟ ਮਿਲ ਜਾਂਦਾ, ਜਿਹਨੂੰ ਤੁਸੀਂ ਜਿੱਥੇ ਲੋੜ ਪਵੇ ਉਹਦੀ ਫੋਟੋ ਕਾਪੀ ਦਿਖਾ ਸਕਦੇ ਆ। ਵਿਦੇਸ਼ਾਂ ਵਿੱਚ ਜਾਣ ਲਈ ਜਾਂ ਤੁਸੀਂ ਵਿਦੇਸ਼ਾਂ ਵਿੱਚ ਜਾਣਾ ਆ ਅਤੇ ਉਹ ਤੁਹਾਡੇ ਕੰਮ ਆਉਂਦਾ ਆ। ਤਾਂ ਸੋਈ ਹਾਲੇ ਤੱਕ ਤਾਂ ਇਹ ਆ ਕਿ ਜਿਹੜੇ ਹਿੰਦੂ ਵਿਆਹ ਕਰਾਉਂਦੇ ਆ ਜਾਂ ਹਿੰਦੂ ਕਾਨੂੰਨ ਦੇ ਥੱਲੇ ਆਉਂਦੇ ਆ, ਉਹ ਜਿਹੜੇ ਆ ਵਿਆਹ ਆ ਉਹ ਰਜਿਸਟਰ ਹੁੰਦੇ ਆ। ਅਦਾਲਤ ਕੋਈ ਇੱਦਾਂ ਦੀ ਨਹੀਂ ਬੈਠੀ ਕਿ ਜਿਹੜਾ ਤੁਹਾਡਾ ਵਿਆਹ ਕਰਾਵੇ। ਆਮ ਜਾ ਕੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਐਫੀਡੇਵਿਟ ਜਿਹੜੇ ਆ ਉਹ ਦੇ ਕੇ ਉਹ ਕਹਿ ਦਿੰਦੇ ਵੀ ਅਸੀਂ ਮੇਜਰ ਆ। ਉਹਨਾਂ ਨੂੰ ਵੀ ਕੋਈ ਕੁਛ ਨਹੀਂ ਕਹਿੰਦਾ, ਕਿਉਂਕਿ ਜਦੋਂ ਤੁਸੀਂ ਆਪਣੀ ਉਮਰ ਲੜਕੀ ਪੂਰੀ ਕਰ ਲਈ 18 ਸਾਲ ਦੀ ਔਰ ਆਦਮੀ ਨੇ 21 ਸਾਲ ਦੀ ਕਰ ਲਈ, ਉਹ ਆਪਣਾ ਬੁਰਾ ਅਤੇ ਭਲਾ ਸੋਚ ਸਕਦੇ ਆ, ਉਹ ਆਪਣਾ ਵਿਆਹ ਕਰ ਸਕਦੇ ਆ, ਉਹ ਆਪਣਾ ਆਪ ਇਕੱਠੇ ਹੋ ਸਕਦੇ ਆ, ਇਕੱਠੇ ਰਹਿ ਸਕਦੇ ਆ, ਬੱਚੇ ਪੈਦਾ ਕਰ ਸਕਦੇ ਆ। ਉਹ ਸਭ ਕੁਛ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਉਹ ਮਿਲ ਜਾਂਦੀਆਂ। ਲੇਕਿਨ ਉਹ ਜਿਹੜਾ ਜਿੱਦਾਂ ਤੁਸੀਂ ਵੱਜ ਗੱਜ ਕੇ ਕਹਿੰਦੇ ਆ, ਉਹ ਉਹਨਾਂ ਦਾ ਵਿਆਹ ਨਹੀਂ ਹੋਇਆ ਹੁੰਦਾ। ਉਹ ਆਮ ਕਰਕੇ ਬਿਨਾਂ ਦਹੇਜ ਤੋਂ ਹੁੰਦਾ। ਉਹਨਾਂ ਵਿੱਚ ਪ੍ਰੇਮ ਹੁੰਦਾ, ਉਹਨਾਂ ਵਿੱਚ ਪਿਆਰ ਹੁੰਦਾ। ਇਸ ਕਰਕੇ ਇਹ ਜਿਹੜਾ ਕੰਮ ਆ ਉਹ ਜਿਹੜੇ ਨੋਟਰੀ ਪਬਲਿਕ ਆ ਉਹ ਜਾ ਕੇ ਕਰਦੇ ਆ, ਉਹ ਮੋਹਰ ਲਾ ਕੇ ਦਿੰਦੇ ਆ। ਉਹ ਮੋਹਰ ਲਾ ਕੇ ਜਦੋਂ ਤੁਹਾਡਾ ਹਲਫੀਆ ਬਿਆਨ ਬਣ ਜਾਂਦਾ, ਉਹਦੀਆਂ ਫੋਟੋ ਕਾਪੀਆਂ ਕਰਕੇ ਤੁਸੀਂ ਉਹ ਜਿਹੜੇ ਕੰਸਰਨ ਬੰਦੇ ਉਹਨਾਂ ਨੂੰ ਭੇਜ ਦਿੰਦੇ ਆ ਵੀ ਖਬਰਦਾਰ ਸਾਨੂੰ ਨਾ ਲੱਭੋ, ਅਸੀਂ ਕੋਈ ਜੁਰਮ ਨਹੀਂ ਕੀਤਾ, ਅਸੀਂ ਸਿਰਫ ਆਪਣੀ ਮਰਜ਼ੀ ਨਾਲ ਵਿਆਹ ਕੀਤਾ, ਆਹ ਉਹਦੀਆਂ ਕਾਪੀਆਂ ਆ, ਅਸੀਂ ਕਿਤੇ ਹੋਰ ਥਾਂ ਨਹੀਂ ਗਏ। ਤੋ ਇੱਦਾਂ ਦੇ ਜਦੋਂ ਕੋਈ ਜਾ ਕੇ ਕਰਦਾ ਤਾਂ ਪਿੰਡ ਵਿੱਚ ਰੌਲਾ ਪੈ ਜਾਂਦਾ ਵੀ ਫਲਾਣੇ ਬੰਦੇ ਨੇ ਜਾਂ ਫਲਾਣੀ ਕੁੜੀ ਨੇ ਦੌੜ ਕੇ ਜਾ ਕੇ ਅਦਾਲਤ ਵਿੱਚ ਵਿਆਹ ਕਰਾ ਲਿਆ ਜਾਂ ਅਦਾਲਤ ਨੇ ਵਿਆਹ ਕਰ ਦਿੱਤਾ। ਕੋਈ ਅਦਾਲਤ ਵਿਆਹ ਨਹੀਂ ਕਰਦੀ, ਕੋਈ ਅਦਾਲਤ ਵਿੱਚ ਜਾਂਦਾ ਨਹੀਂ। ਇਹ ਸਿਰਫ ਇੱਕ ਉਹਦਾ ਹਲਫੀਆ ਬਿਆਨ ਆ, ਜਿਹੜਾ ਉਹ ਸਹੁੰ ਖਾ ਕੇ ਦਿੰਦਾ, ਜਿਹੜਾ ਸੱਚ ਦੇ ਆਧਾਰ 'ਤੇ ਦਿੰਦਾ, ਜਿਹੜਾ ਮੇਜਰ ਹੁੰਦਾ ਉਹ ਦਿੰਦਾ। ਉਹ ਜੋ ਹੁੰਦਾ ਉਹਦੇ ਵਿੱਚ ਜਿਹੜੀਆਂ ਗੱਲਾਂ ਜ਼ਰੂਰੀ ਹੁੰਦੀਆਂ ਉਹ ਵਿੱਚ ਦੱਸੀਆਂ ਜਾਂਦੀਆਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਜਰ ਆ, ਉਹਦਾ ਸਬੂਤ ਲਾਇਆ ਜਾਂਦਾ ਵੀ ਮੇਰੀ ਇੰਨੀ ਉਮਰ ਹੋ ਚੁੱਕੀ ਆ, ਮੈਂ ਵਿਆਹ ਕਰ ਸਕਦਾ ਬਿਨਾਂ ਦਾਜ ਤੋਂ। ਆਵੇ ਉਹ ਕੀਤਾ ਜਾਂਦਾ, ਜਾਂ ਜੋ ਉਹਨਾਂ ਦੇ ਫਰਜ਼ ਹੁੰਦੇ ਉਹ ਕਹਿੰਦੇ ਅਸੀਂ ਨਿਭਾਉਂਦੇ ਰਹਾਂਗੇ। ਉਹ ਇੱਦਾਂ ਦੀਆਂ ਜਿਹੜੀਆਂ ਫਾਰਮੈਲਿਟੀਆਂ ਹੁੰਦੀਆਂ, ਇੱਦਾਂ ਦੇ ਵਿਆਹ ਹੁੰਦੇ ਆ। ਹੋਰ ਕੋਈ ਅਦਾਲਤ ਸਪੈਸ਼ਲ ਇਸ ਗੱਲ ਲਈ ਨਹੀਂ ਲੱਗਦੀ ਕਿ ਆਹ ਬੰਦੇ ਦੌੜ ਕੇ ਆਏ ਆ ਅਤੇ ਇਹਨਾਂ ਦਾ ਜਿਹੜਾ ਵਿਆਹ ਆ ਉਹ ਕਰ ਦਿੱਤਾ ਜਾਵੇ। ਵਿਆਹ ਰਜਿਸਟਰ ਹੁੰਦਾ ਕਚਹਿਰੀਆਂ 'ਚ, ਜਾਂ ਇੱਦਾਂ ਦੇ ਹਲਫੀਆ ਬਿਆਨ ਹੁੰਦੇ ਆ, ਜਿਹਨੂੰ ਆਮ ਕਰਕੇ ਅਦਾਲਤੀ ਵਿਆਹ ਲੋਕ ਕਹਿਣਾ ਸ਼ੁਰੂ ਕਰ ਦਿੰਦੇ ਆ। ਤੇ ਸਰ, ਅਸੀਂ ਜੋ ਅਦਾਲਤਾਂ ਰਾਹੀਂ ਵਿਆਹ ਕਰਦੇ ਹਾਂ, ਇਸ ਨੂੰ ਜ਼ਿਲ੍ਹੇ ਵਿੱਚ ਕੌਣ ਕਰਦਾ ਹੈ? ਦੇਖੋ, ਪਹਿਲੀ ਗੱਲ ਹੈ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਹਿੰਦੂ ਆ ਅਤੇ ਉਹ ਕੋਈ ਅਦਾਲਤ ਨਹੀਂ ਕਰਦੀ, ਉਹ ਰਜਿਸਟਰੀ ਕਰਦੀ ਆ। ਹਾਂ, ਇੱਕ ਹੈ ਕਿ ਜਿਹੜੇ ਤੁਸੀਂ ਤੁਹਾਡੇ ਬੱਚੇ ਜਾਂ ਜਿਹੜੇ ਆਪ ਕੋਈ ਇੰਟਰਕਾਸਟ ਮੈਰਿਜ ਕਰਾਉਂਦੇ ਆ, ਜਿੱਥੇ ਕਰਦੇ ਨਹੀਂ ਸਹਿਮਤ ਹੁੰਦੇ, ਜਾਂ ਇੰਟਰ ਸਟੇਟ ਮੈਰਿਜ ਕਰਾਉਂਦੇ ਆ, ਜਿੱਦਾਂ ਬਾਹਰ ਜਾਂਦੇ ਬੱਚੇ ਸਾਡੇ,
ਜਾਂ ਲੜਕੇ ਜਾਂਦੇ ਆਮ ਕਰਕੇ। ਲੜਕੀਆਂ ਸਾਡੀਆਂ ਘੱਟ ਕਰਦੀਆਂ ਇਹੋ ਵਿਆਹ, ਲੇਕਿਨ ਲੜਕੇ ਬਹੁਤੇ ਕਰਦੇ ਆ ਕਿਉਂਕਿ ਕੰਮ ਲਈ ਬਾਕੀ ਦੇਸ਼ਾਂ ਵਿੱਚ ਗਏ ਹੁੰਦੇ ਆ। ਜੇ ਉੱਥੇ ਦੇਸ਼ਾਂ ਵਿੱਚ ਰਹਿਣਾ ਹੋਵੇ ਤੇ ਉੱਥੇ ਪੱਕੇ ਹੋਣ ਲਈ ਉੱਥੇ ਲੜਕੀ ਟੋਲ ਲੈਂਦੇ ਆ, ਉਹਨਾਂ ਨੂੰ ਮਨਾ ਲੈਂਦੇ ਆ। ਜੇ ਉਹਨਾਂ ਦੀ ਮਰਜ਼ੀ ਹੋਵੇ ਉਹਨਾਂ ਨੂੰ ਨਾਲ ਲੈ ਆਉਂਦੇ ਆ। ਉਹ ਆਣ ਕੇ ਇੱਕ ਸਪੈਸ਼ਲ ਮੈਰਿਜ ਐਕਟ ਬਣਿਆ ਆ 1954 ਵਿੱਚ, ਜਿਹਦੇ ਤਹਿਤ ਉਹ ਇੱਕ ਦਰਖਾਸਤ ਜਿਹੜੀ ਆ ਉਹ ਡੀਸੀ ਨੂੰ ਦਿੰਦੇ ਆ, ਕਿਉਂਕਿ ਜਿਹੜਾ ਵਿਆਹ ਆ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਕਰਨਾ ਉਹ ਡੀਸੀ ਕੋਲ ਪਾਵਰਾਂ ਹੁੰਦੀਆਂ। ਜਾਣੀ ਡੀਸੀ ਉਹ ਜੱਜ ਹੁੰਦਾ ਜਾਂ ਡੀਸੀ ਉਹ ਰਜਿਸਟਰਾਰ ਹੁੰਦਾ ਜਿਹੜਾ ਵਿਆਹ ਕਰਦਾ। ਉੱਥੇ ਆਣ ਕੇ ਕਿਹਾ ਜਾਂਦਾ ਕਿ ਮੈਂ ਇਸ ਜਾਤ ਨਾਲ ਸੰਬੰਧ ਰੱਖਦਾ, ਮੈਂ ਇਸ ਜਾਤ ਨਾਲ, ਮੈਂ ਇਸ ਕੰਟਰੀ ਨਾਲ ਸੰਬੰਧ ਰੱਖਦਾ। ਉੱਥੇ ਹਲਫੀਆ ਬਿਆਨ ਦੇ ਕੇ ਇੱਕ ਫਾਰਮ ਹੁੰਦਾ ਜਿਹੜਾ ਉਹਦੇ ਵਿੱਚ ਨਮੂਨਾ ਦਿੱਤਾ ਆ, ਜਿਹੜਾ ਆਮ ਕਰਕੇ ਵਕੀਲਾਂ ਰਾਹੀਂ ਹੁੰਦਾ ਆ। ਵਕੀਲਾਂ ਨੂੰ ਸਾਰਾ ਪਤਾ ਹੁੰਦਾ। ਉਹ ਫਾਰਮ ਭਰ ਕੇ ਉਹ ਦਰਖਾਸਤਾਂ ਜਿਹੜੀਆਂ ਆ ਉਹ ਡੀਸੀ ਦੇ ਦਿੱਤੀਆਂ ਜਾਂਦੀਆਂ। ਡੀਸੀ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਉਮਰ ਵਗੈਰਾ ਸਾਰੀ ਚੀਜ਼ ਚੈੱਕ ਕਰਕੇ ਜਿਹੜੀਆਂ ਹੋਰ ਫਾਰਮੈਲਿਟੀਆਂ ਉਹ ਦੇਖ ਕੇ ਉਹ ਫਿਰ ਲੜਕੀ ਦੇ ਘਰਦਿਆਂ ਨੂੰ ਵੀ ਨੋਟਿਸ ਦਿੰਦਾ ਅਤੇ ਲੜਕੇ ਦੇ ਘਰਦਿਆਂ ਨੂੰ ਵੀ ਨੋਟਿਸ ਦਿੰਦਾ। ਅਤੇ ਔਰ ਉਹ ਕੋਈ ਉਹਨਾਂ ਟਾਈਮ ਦਿੰਦਾ ਜਿਹਦੇ ਟਾਈਮ ਦੇ ਵਿੱਚ ਉਹ ਜਿਹੜਾ ਨੋਟਿਸ ਆ ਮੁੜ ਕੇ ਆ ਜਾਵੇ। ਅਤੇ ਉਹਦੇ ਵਿੱਚ ਕਰਕੇ ਉਹ ਉਹਨਾਂ ਨੂੰ ਪੁੱਛਦਾ ਵੀ ਅਸੀਂ ਤੁਹਾਡੀ ਲੜਕੀ ਜਾਂ ਤੁਹਾਡਾ ਲੜਕਾ ਜਾਂ ਇਹ ਦੋਨੇ ਜੋੜੀ ਆਪਸ ਵਿੱਚ ਵਿਆਹ ਕਰਾਉਣ ਲਈ ਨਹੀਂ ਕੋਈ ਦਰਖਾਸਤ ਦਿੱਤੀ ਆ, ਇਹ ਆਪੋ ਵਿੱਚ ਹੀ ਵਿਆਹ ਰਜਿਸਟਰ ਕਰਾਉਣਾ ਚਾਹੁੰਦੇ ਆ ਸਪੈਸ਼ਲ ਮੈਰਿਜ ਐਕਟ ਦੇ ਥੱਲੇ। ਅਗਰ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਤੁਸੀਂ ਇੰਨੀ ਤਰੀਕ ਨੂੰ ਜਿਹੜੀ ਤਰੀਕ ਦਿੱਤੀ ਹੋਵੇ ਤੁਸੀਂ ਆਣ ਕੇ ਅਤੇ ਆਪਣਾ ਇਤਰਾਜ਼ ਪੇਸ਼ ਕਰ ਸਕਦੇ ਹੋ। ਉਹ ਉਸ ਤਰੀਕ 'ਤੇ ਜੇ ਚਾਹੁਣ ਤਾਂ ਪੇਸ਼ ਹੋ ਕੇ ਇਤਰਾਜ਼ ਕਰ ਸਕਦੇ ਆ। ਇਤਰਾਜ਼ ਵਿੱਚ ਕੋਈ ਇਹ ਨਹੀਂ ਇਤਰਾਜ਼ ਹੋ ਸਕਦਾ ਕਿ ਸਾਨੂੰ ਇਹ ਵਿਆਹ ਜਿਹੜਾ ਇਹ ਮਨਜ਼ੂਰ ਨਹੀਂ, ਜਾਂ ਸਾਡਾ ਲੜਕਾ ਹਿੰਦੂ ਆ ਅਤੇ ਇਹ ਕੋਈ ਦੂਸਰੀ ਜਾਤ ਜਾਂ ਇਸਲਾਮ ਦੀ ਜਾਂ ਹੋਰ ਕੋਈ ਜਾਤ ਜਾਂ ਦੂਜੇ ਦੇਸ਼ਾਂ ਦੀ ਲੜਕੀ ਲਈ ਫਿਰਦਾ, ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ, ਜਾਂ ਸਾਨੂੰ ਇਹਦੀ ਬੋਲੀ ਸਮਝ ਨਹੀਂ ਆਉਂਦੀ, ਅਸੀਂ ਇੱਦਾਂ ਦਾ ਇਤਰਾਜ਼ ਜਿਹੜਾ ਉਹ ਜਾਂ ਰੰਗ ਜ਼ਿਆਦਾ ਗੋਰਾ ਜਾਂ ਰੰਗ ਜ਼ਿਆਦਾ ਕਾਲਾ ਜਾਂ ਕੋਈ ਬਹੁਤਾ ਇੱਦਾਂ ਦਾ ਇਤਰਾਜ਼ ਹੋਵੇ ਉਹ ਨਹੀਂ ਸੁਣਿਆ ਜਾਂਦਾ। ਹਾਂ, ਉਹ ਇਹ ਗੱਲ ਦੱਸ ਸਕਦੇ ਆ ਵੀ ਸਾਡੀ ਲੜਕੀ ਜਿਹੜਾ ਵਿਆਹ ਕਰਾਉਣ ਲੱਗੀ ਹੈ ਜਾਂ ਸਾਡਾ ਲੜਕਾ ਜਿਹੜਾ ਵਿਆਹ ਕਰਾਉਣ ਲੱਗਾ ਇਹ ਤਾਂ ਮਹਾਰਾਜ ਪਹਿਲਾਂ ਹੀ ਵਿਆਹ ਆ, ਉਹਦੇ ਪਹਿਲੇ ਵਿਆਹ ਦੀ ਆਹ ਫੋਟੋ ਆ ਜਾਂ ਆਹ ਸਾਡੇ ਕੋਲ ਸਬੂਤ ਆ, ਇਸ ਕਰਕੇ ਆ ਵਿਆਹ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਪਹਿਲੀ ਪਤਨੀ ਜਿਹੜੀ ਆ ਉਹ ਰੁਲ ਜਾਏਗੀ। ਜੇ ਇੱਦਾਂ ਦਾ ਸਬੂਤ ਪੇਸ਼ ਕਰ ਦਿੱਤਾ ਜਾਵੇ ਤਾਂ ਫਿਰ ਜਿਹੜਾ ਜੱਜ ਹੈ ਜਾਂ ਡੀਸੀ ਆ ਜਿਹਦੇ ਕੋਈ ਪਾਵਰਾਂ ਆ ਉਹ ਵਿਆਹ ਕਰਨ ਤੋਂ ਇਨਕਾਰ ਕਰ ਸਕਦਾ। ਜਾਂ ਹੋਰ ਕਰ ਸਕਦੇ ਆ ਕਿ ਇਹ ਲੜਕਾ ਸਾਡਾ ਜਿਹੜਾ ਆ ਇਹ ਡਾਈਵੋਰਸੀ ਆ, ਇਹਨੇ ਆਪਣੀ ਪਹਿਲੀ ਔਰਤ ਤੋਂ ਵਿਆਹ ਕਰਾ ਲਿਆ ਹੈ ਪਰ ਉਹਨੂੰ ਨਾਲ ਉਹਦੀ ਕਾਪੀ ਨਹੀਂ ਲਾਈ, ਤੁਸੀਂ ਉਹ ਇਤਰਾਜ਼ ਪੇਸ਼ ਕਰ ਸਕਦੇ ਆ। ਜਾਂ ਜਿਹੜੀ ਲੜਕੀ ਨਾਲ ਕਰਾਉਣ ਲੱਗਾ ਸਾਡੇ ਧਿਆਨ ਵਿੱਚ ਆਇਆ, ਹੁਣ 18 ਸਾਲ ਦੀ ਉਮਰ ਨੇ ਪੂਰੀ ਕੀਤੀ, ਉਹਦੇ ਮਾਪੇ ਆਣ ਕੇ ਦੱਸ ਸਕਦੇ ਆ ਵੀ ਇਹ ਤਾਂ ਲੜਕੀ ਤਾਂ ਲੈ ਸਾਡੀ ਪਰ ਇਹ ਹਾਲੇ ਨਾਬਾਲਗ ਗਿਆ, ਇਹਦਾ ਵਿਆਹ ਨਹੀਂ ਹੋਣਾ ਚਾਹੀਦਾ। ਜਦੋਂ ਸਬੂਤ ਦੇਖਦੇ ਆ ਜਾਂ ਸਬੂਤ ਦੇ ਦੇਣ ਤਾਂ ਜਦੋਂ ਅਦਾਲਤ ਇਹ ਸਮਝਦੇ ਆ ਕਿ ਜੋ ਇਹਨੇ ਇਤਰਾਜ਼ ਕੀਤਾ ਉਹ ਠੀਕ ਆ, ਉਹ ਵਿਆਹ ਕਰਨ ਤੋਂ, ਰਜਿਸਟਰ ਕਰਨ ਤੋਂ ਜਾਂ ਵਿਆਹ ਕਰਨ ਤੋਂ ਇਨਕਾਰ ਕਰ ਸਕਦੇ ਆ। ਅਗਰ ਕੋਈ ਸਿਰਫ ਉਹ ਵੀ ਇਹੋ ਕਹਿਣ ਕਿ ਸਾਨੂੰ ਮੁੰਡਾ ਨਹੀਂ ਚੰਗਾ, ਅਸੀਂ ਨਹੀਂ ਕਰਨਾ, ਜਾਂ ਇਹ ਇਸ ਜਾਤ ਨਾਲ ਜਾਂ ਇਸ ਗੱਲ ਨਾਲ ਸੰਬੰਧ ਆ, ਜਾਂ ਜ਼ਿਆਦਾ ਪੜ੍ਹਿਆ ਆ ਜਾਂ ਸਾਡੀ ਲੜਕੀ ਤੋਂ ਘੱਟ ਪੜ੍ਹਿਆ ਆ, ਇਹ ਕੋਈ ਨਹੀਂ ਚੱਲੇਗਾ। ਸਿਰਫ ਉਹ ਕਹਿ ਸਕਦੇ ਆ ਕਿ ਵੀ ਇਹ ਨੇੜ ਦੇ ਰਿਸ਼ਤੇਦਾਰ ਆ, ਨਹੀਂ ਹੋਣਾ ਚਾਹੀਦਾ ਸੀ। ਅਤੇ ਜੇ ਕੋਈ ਉਹ ਜਿਹੜੇ ਇਤਰਾਜ਼ ਆ ਜਿਹੜੇ ਮਤਲਬ ਕਾਨੂੰਨੀ ਨਿਗਾਹ 'ਚ ਠੀਕ ਆ, ਜੇ ਉਹ ਸਾਬਤ ਕਰ ਦਿੰਦੇ ਆ ਤਾਂ ਤੁਹਾਡਾ ਜਿਹੜਾ ਵਿਆਹ ਉਹ ਡੀਸੀ ਕਰਨ ਤੋਂ ਇਨਕਾਰ ਕਰ ਦਿੰਦਾ। ਅਗਰ ਉਹਨਾਂ ਤੋਂ ਬਾਅਦ ਇਤਰਾਜ਼ ਦੂਰ ਹੋ ਜਾਂਦੇ ਜਾਂ ਇਤਰਾਜ਼ ਪੇਸ਼ ਨਹੀਂ ਕਰਦੇ ਫਿਰ ਦੋਨਾਂ ਧਿਰਾਂ ਨੂੰ ਮਿੱਥੀ ਤਰੀਕ 'ਤੇ ਸੱਦਿਆ ਜਾਂਦਾ, 3 ਘੋਗਾ ਲੈ ਕੇ ਉਹਨਾਂ ਦੇ ਵੀ ਸਾਡੇ ਸਾਹਮਣੇ ਮੈਰਿਜ ਹੋਈ ਹੈ ਡੀਸੀ ਦੇ ਦਫ਼ਤਰ ਦੇ ਵਿੱਚ, ਉਹਨਾਂ ਦੇ ਬਿਆਨ ਲਿਖ ਲਏ ਜਾਂਦੇ ਅਗਵਾਹਾਂ ਦੇ। ਵਿਆਹ ਦੇ ਬਿਆਨ ਲਿਖਣ ਤੋਂ ਬਾਅਦ ਉਹ ਜਿਹੜਾ ਵਿਆਹ ਆ ਉਹਦਾ ਸਰਟੀਫਿਕੇਟ ਜਿਹੜਾ ਡੀਸੀ ਆ ਉਹ ਇਸ਼ੂ ਹੋ ਜਾਂਦਾ। ਅਗਰ ਇਹ ਸਾਰੇ ਜਿਹੜੀ ਪ੍ਰਕਿਰਿਆ ਆ ਵਿਆਹ ਦੀ ਆਮ ਕਰਕੇ ਇਹ 3 ਮਹੀਨੇ ਦੇ ਵਿੱਚ ਇਹ ਖਤਮ ਹੋਣੀ ਚਾਹੀਦੀ ਆ। ਇੱਕ ਗੱਲ ਹੋਰ ਯਾਦ ਰੱਖੋ ਕਿ ਡੀਸੀ ਸਾਹਿਬ ਜਾਂ ਜਿਹੜੇ ਮੈਰਿਜ ਰਜਿਸਟਰਾਰ ਹੈ ਜਿਹੜੀ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਉਹ ਜਿਹੜਾ ਵਿਆਹ ਕਰਨਾ ਉਹ ਚਾਹੁੰਦੇ ਆ ਕਿ ਮੇਰੇ ਸਿਰ 'ਤੇ ਕੋਈ ਗੱਲ ਨਾ ਆਵੇ, ਇਸ ਕਰਕੇ ਉਹ ਜਦੋਂ ਨੋਟਿਸ ਦਿੰਦੇ ਘਰਦਿਆਂ ਨੂੰ ਅਤੇ ਉਦੋਂ ਇੱਕ ਅਖਬਾਰ ਵਿੱਚ ਜਿਹੜੀ ਆਮ ਕਰਕੇ ਅੰਗਰੇਜ਼ੀ ਦੀ ਅਖਬਾਰ ਹੁੰਦੀ ਆ ਔਰ ਉਹ ਜੋੜੀ ਦੀ ਫੋਟੋ ਲਾ ਕੇ ਵੀ ਆਹ ਮੁੰਡੇ ਨੇ ਅਪਲਾਈ ਕੀਤਾ ਅਤੇ ਇਸ ਕੁੜੀ ਨਾਲ ਕਰਨਾ ਜੋ ਵੀ ਹੈ ਉਹ ਤੁਹਾਨੂੰ ਉਹ
ਵੀ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਕਿ ਜੇ ਮਾਂ ਪਿਓ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਇਤਰਾਜ਼ ਆ ਤੇ ਉਹ ਵੀ ਆਣ ਕੇ ਆਪਣਾ ਇਤਰਾਜ਼ ਪੇਸ਼ ਕਰ ਸਕਦਾ। ਤੇ ਫੋਰ ਐਗਜ਼ਾਮਪਲ ਕਿ ਮਾਂ ਪਿਓ ਨੂੰ ਕੋਈ ਇਤਰਾਜ਼ ਨਹੀਂ, ਪਰ ਜਿਹੜੇ ਉਹ ਜੇ ਮੁੰਡਾ ਕਿਸੇ ਨਾਲ ਪਹਿਲਾਂ ਕੁੜੀ ਨਾਲ ਵਿਆਹ ਆ ਤੇ ਕੁੜੀ ਵਾਲੇ ਕਹਿ ਸਕਦੇ ਜੀ ਸਾਡੀ ਕੁੜੀ ਤਾਂ ਜੀ ਉੱਥੋਂ ਨੱਠ ਕੇ ਆਈ ਆ, ਇਹ ਤਾਂ ਇਹਨਾਂ ਵਿਆਹੀ ਹੋਈ ਆ ਔਰ ਇੱਥੋਂ ਇਹਨੇ ਤਲਾਕ ਨਹੀਂ ਲਿਆ, ਤਾਂ ਵੀ ਤੁਹਾਡਾ ਵਿਆਹ ਜਿਹੜਾ ਨਹੀਂ ਹੋਏਗਾ। ਜੇ ਲੜਕੇ ਵਾਲੇ ਵੀ ਕਹਿ ਦੇਣ ਕਿ ਲੜਕੇ ਦਾ ਪਹਿਲਾ ਵਿਆਹ, ਯਾਨੀ ਆਮ ਜਨਤਾ ਤੋਂ ਵੀ ਇਤਰਾਜ਼ ਲੈਣਾ ਕਿ ਤੁਸੀਂ ਦੱਸੋ ਅਸੀਂ ਵਿਆਹ ਇਹਨਾਂ ਦਾ ਕਰਨ ਲੱਗੇ ਹਾਂ, ਸਰਟੀਫਿਕੇਟ ਇਸ਼ੂ ਕਰਨ ਲੱਗੇ ਹਾਂ, ਤੁਹਾਨੂੰ ਇਹਦੇ ਬਾਰੇ ਕੋਈ ਇਤਰਾਜ਼ ਤਾਂ ਨਹੀਂ। ਪਰ ਜਦੋਂ ਉਹ ਇਤਰਾਜ਼ ਨਹੀਂ ਮੰਨੇ ਜਾਣੇ, ਜਿਹੜੇ ਨਹੀਂ ਮੰਨੇ ਜਾਣੇ ਉਹ ਇਤਰਾਜ਼ ਆ ਜਿਹੜੇ ਜਾਇਜ਼ ਆ, ਅਗਰ ਤੁਸੀਂ ਉਹ ਸਾਬਤ ਕਰਦੇ ਹੋ ਤਾਂ ਨਹੀਂ ਹੋਏਗਾ, ਨਹੀਂ ਤਾਂ ਫਿਰ ਹੋਏਗਾ। ਅਗਲੀ ਗੱਲ ਇਹ 'ਚ ਯਾਦ ਰੱਖਣ ਵਾਲੀ ਹੈ, ਜਦੋਂ ਅਖਬਾਰ 'ਚ ਨਿਕਲ ਜਾਵੇ ਅਤੇ ਉਹ ਤਸੱਲੀ ਹੋ ਜਾਵੇ ਤਾਂ 3 ਗਵਾਹੀਆਂ ਪਾ ਕੇ ਘੱਟੋ ਘੱਟ ਉਹ ਆਪਣੀ ਹਾਜ਼ਰੀ ਵਿੱਚ ਅਤੇ ਉਹ ਵਿਆਹ ਜਿਹੜਾ ਕਰ ਦਿੱਤਾ ਜਾਂਦਾ। ਅਤੇ ਦੂਜੀ ਗੱਲ ਇਹ 'ਚ ਯਾਦ ਰੱਖਣ ਵਾਲੀ ਹੈ, ਸਾਰੀ ਪ੍ਰਕਿਰਿਆ ਜਿਹੜੀ ਆ ਇਹ 90 ਦਿਨ 'ਚ ਖਤਮ ਹੋਣੀ ਚਾਹੀਦੀ, ਜੋ ਕਾਨੂੰਨ 'ਚ ਲਿਖਿਆ ਆ। 3 ਮਹੀਨੇ ਦੇ ਵਿੱਚ ਵੀ ਨੋਟਿਸ ਵੀ ਦੇਣਾ ਔਰ ਉਹਨਾਂ ਦੇ ਇਤਰਾਜ਼ ਵੀ ਲੈਣੇ ਅਤੇ ਬਿਆਨ ਲੈ ਕੇ ਵਿਆਹ ਵੀ ਰਜਿਸਟਰ ਕਰਨਾ। ਅਗਰ ਇਹਦੇ ਵਿੱਚ ਜ਼ਿਆਦਾ ਟਾਈਮ ਲੱਗ ਜਾਵੇ ਅਤੇ ਆਮ ਕਰਕੇ ਇਹਦੇ ਵਿੱਚ ਦੁਬਾਰਾ ਜਿਹੜੀਆਂ ਦਰਖਾਸਤਾਂ ਆ ਦੁਬਾਰਾ ਮੰਗੀਆਂ ਜਾਂਦੀਆਂ ਜਾਂ ਦੁਬਾਰਾ ਅਪਲਾਈ ਕਰਨਾ ਪੈਂਦਾ, ਫਿਰ ਤੁਹਾਨੂੰ ਉਸੇ ਪ੍ਰੋਸੀਜਰ ਵਿੱਚ ਦੀ ਲੰਘਣਾ ਪੈਂਦਾ ਜੋ ਪ੍ਰੋਸੀਜਰ ਉਹਦੀ ਤੈਅ ਕੀਤਾ ਹੈ। ਸੋ ਇਹ ਜਿਹੜਾ ਕੰਮ ਆ ਲਿਮਟ ਦੇ ਵਿੱਚ ਖਤਮ ਹੋਣਾ ਚਾਹੀਦਾ ਅਤੇ ਸਾਰਿਆਂ ਨੂੰ ਇਹ ਇਤਲਾਹ ਕਰ ਦਿੱਤੀ ਜਾਂਦੀ ਆ। ਇਸ਼ਤਿਹਾਰ ਅਖਬਾਰ 'ਚ ਆਉਣ ਤੋਂ ਬਾਅਦ ਕਿਸੇ ਦਾ ਮਾਂ ਪਿਓ ਆਵੇ ਜਾਂ ਨਾ ਆਵੇ, ਕਿਸੇ ਨੂੰ ਪਤਾ ਲੱਗੇ ਜਾਂ ਨਾ ਲੱਗੇ, ਪਰ ਉਹਦੀ ਨੋਟਿਸ ਦੇ ਰਾਹੀਂ ਦੱਸ ਦੇਣਾ। ਜਦੋਂ ਤੁਸੀਂ ਕੋਈ ਇਤਰਾਜ਼ ਨਹੀਂ ਕਰਦੇ ਫਿਰ ਉਹ ਤੁਹਾਡਾ ਵਿਆਹ ਦਾ ਸਰਟੀਫਿਕੇਟ ਜਿਹੜਾ ਉਹ ਇਸ਼ੂ ਕਰਦਾ। ਸਾਡੇ ਬਹੁਤੇ ਲੜਕੇ ਜਿਹੜੇ ਆ ਅਜਿਹੇ ਵਿਆਹ ਕਰਾ ਕੇ ਬਾਹਰ ਸੈੱਟ ਹੁੰਦੇ ਆ। ਸਾਡੀਆਂ ਜਿਹੜੀਆਂ ਲੜਕੀਆਂ ਉਹਨਾਂ ਦਾ ਰਿਵਾਜ਼ ਬਹੁਤ ਘੱਟ ਆ, ਕਿਉਂਕਿ ਉਹ ਇੱਦਾਂ ਵਿਆਹ ਕਰਾ ਕੇ ਬਾਹਰ ਨਹੀਂ ਜਾਂਦੀਆਂ। ਸਾਡੇ ਕਿਉਂਕਿ ਲੜਕੇ ਗਏ ਆ ਉਹ ਜਿਸ ਦੇਸ਼ 'ਚ ਆ, ਜਿੱਦਾਂ ਗ੍ਰੀਸ 'ਚ ਆ, ਜਰਮਨ 'ਚ ਆ ਜਾਂ ਕਿਸੇ ਹੋਰ ਕੰਟਰੀ ਵਿੱਚ ਆ, ਉੱਥੋਂ ਦੀ ਕੋਈ ਲੜਕੀ ਲੱਭ ਕੇ ਅਤੇ ਉਹਨੂੰ ਨਾਲ ਲਿਆ ਕੇ ਬਾਲਗ ਹੋ ਗਏ, ਉਹਦਾ ਸਰਟੀਫਿਕੇਟ ਜਾਂ ਸਾਰੇ ਸਬੂਤ ਲਾ ਕੇ ਪਾਸਪੋਰਟ ਲਾ ਕੇ ਉਹਦੇ ਨਾਲ ਇੱਥੇ ਲਿਆ ਕੇ ਵਿਆਹ ਕਰਕੇ ਅਤੇ ਉਹਨੂੰ ਆਪਣੀ ਜੀਵਨ ਸਾਥੀ ਬਣਾ ਸਕਦੇ ਆ। ਇਹ ਇੱਕ ਵਿਆਹ ਆ ਜਿਹੜਾ ਮਤਲਬ ਜਿਹਨੂੰ ਅਦਾਲਤ ਰਾਹੀਂ ਕਹਿੰਦੇ ਆ, ਪਰ ਇਹਦੇ ਵਿੱਚ ਹਿੰਦੂ ਮੈਰਿਜ ਐਕਟ ਨਹੀਂ ਆਉਂਦਾ। ਜਿਹੜੇ ਹਿੰਦੂ ਆ ਉਹਨਾਂ ਲਈ ਇਹ ਆ ਕਿ ਤੁਸੀਂ ਆਪਣਾ ਧਾਰਮਿਕ ਰੀਤਾਂ ਰਿਵਾਜ਼ਾਂ ਜਿਹੜੀਆਂ ਪੂਰੀਆਂ ਕਰੋ। ਜਦੋਂ ਤੁਸੀਂ ਪੂਰੀਆਂ ਕਰ ਲੈਂਦੇ ਆ, ਆਪਣਾ ਵਿਆਹ ਕਰ ਲੈਂਦੇ ਆ, ਤੁਹਾਨੂੰ ਮੰਦਿਰ 'ਚੋਂ ਗੁਰਦੁਆਰੇ 'ਚੋਂ ਸਰਟੀਫਿਕੇਟ ਮਿਲ ਜਾਂਦਾ। ਤੁਸੀਂ ਉਹ ਸਬੂਤ ਨਾਲ ਲਾ ਕੇ ਜਿਹੜਾ ਤੁਸੀਂ ਕਾਰਡ ਛਪਾਇਆ ਦਾ ਜਿਹੜਾ ਤੁਹਾਨੂੰ ਉਹ ਮਿਲਿਆ, ਤੁਹਾਡੇ ਪਿੰਡ ਦਾ ਜੋ ਨੰਬਰਦਾਰ ਆ ਜਾਂ ਸਰਪੰਚ ਆ ਜਾਂ ਮਾਂ ਪਿਓ ਆ, ਉਹਨਾਂ ਦੀ ਹਾਜ਼ਰੀ ਵਾ ਕੇ ਉਹ ਵਿਆਹ ਰਜਿਸਟਰ ਕੀਤਾ ਜਾਂਦਾ, ਹੋਰ ਨਹੀਂ ਕੀਤਾ ਜਾਂਦਾ। ਵੈਸੇ ਸਰ ਤੁਸੀਂ ਦੱਸ ਸਕਦੇ ਹੋ ਕਿ ਵਿਆਹ ਕਰਾਉਣ 'ਚ ਜਾਂ ਰਜਿਸਟਰਡ ਵਿਆਹ ਕਰਾਉਣ 'ਚ ਕੀ ਫਰਕ ਹੁੰਦਾ ਹੈ? ਜਿਹੜਾ ਤੇ ਵਿਆਹ ਕਰਾਉਣਾ ਉਹ ਤਾਂ ਮੈਂ ਆਹ ਪ੍ਰੋਸੀਜਰ ਦੱਸਿਆ ਵੀ ਸਪੈਸ਼ਲ ਮੈਰਿਜ ਐਕਟ 1954 ਦਾ ਬਣਿਆ, ਉਹਦੇ ਤਹਿਤ ਤੁਸੀਂ ਵਿਆਹ ਕਰਾ ਸਕਦੇ ਆ। ਪਰ ਜੇ ਤੁਸੀਂ ਦੋਨੇ ਪਾਰਟੀਆਂ ਹਿੰਦੂ ਆ, ਉਹ ਕਹਿੰਦੇ ਵੀ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ, ਆਪੋ ਵਿੱਚ ਵਿਆਹ ਕਿਉਂ ਨਹੀਂ ਕਰਾਉਂਦੇ? ਵਿਆਹ ਉੱਥੇ ਹੋਏਗਾ ਤਾਂ ਉਹ ਤੁਹਾਡਾ ਰਜਿਸਟਰ ਹੋਏਗਾ। ਰਜਿਸਟਰ ਸਿਰਫ ਉਹ ਹੁੰਦਾ ਆ, ਫਿਰ ਯਾਦ ਰੱਖੋ ਵੀ ਜਿਹੜੇ ਹਿੰਦੂ ਮੈਰਿਜ ਐਕਟ ਦੇ ਵਿੱਚ ਆਉਂਦੇ ਆ, ਹਿੰਦੂਆਂ ਦੇ ਵਿੱਚ ਆਉਂਦੇ ਆ, ਜਿੱਦਾਂ ਸਿੱਖ ਆਉਂਦੇ ਆ, ਬੋਧੀ ਆਉਂਦੇ ਆ, ਜੈਨੀ ਆਉਂਦੇ ਆ, ਅਗਰ ਉਹ ਵਿਆਹ ਕਰਾਉਂਦੇ ਆ ਤਾਂ ਵਿਆਹ ਕਰਾਉਣ ਤੋਂ ਬਾਅਦ ਉਹਨੂੰ ਰਜਿਸਟਰ ਕਰਨਾ ਤਾਂ ਉਹ ਰਜਿਸਟਰ ਕਰ ਦਿੰਦੇ ਆ। ਰਜਿਸਟਰ ਉਹ ਹੁੰਦਾ ਜਿਹਦੇ ਵਿੱਚ ਵਿਆਹ ਪਹਿਲਾਂ ਹੋਇਆ ਹੋਵੇ, ਅਤੇ ਜਿਹੜਾ ਆਹ ਵਿਆਹ ਹੈ ਸਪੈਸ਼ਲ ਮੈਰਿਜ ਐਕਟ ਦੇ ਥੱਲੇ, ਇਹਦਾ ਪਹਿਲਾਂ ਵਿਆਹ ਨਹੀਂ ਹੋਇਆ ਹੁੰਦਾ। ਇਹ ਮਤਲਬ ਇਹਦਾ ਮਤਲਬ ਇਹ ਕੁਆਰੇ ਹੁੰਦੇ ਆ, ਇਹ ਆਣ ਕੇ ਕਹਿੰਦੇ ਆ ਵੀ ਸਾਡਾ ਵਿਆਹ ਕਰ ਦਿਓ, ਤਾਂ ਉਹ ਫਿਰ ਇਹ ਜਿਹੜਾ ਮੈਂ ਪ੍ਰੋਸੀਜਰ ਦੱਸਿਆ ਉਸ ਪ੍ਰੋਸੀਜਰ ਦੇ ਤਹਿਤ ਇਹ ਵਿਆਹ ਜਿਹੜਾ ਉਹ ਕੀਤਾ ਜਾਂਦਾ ਅਤੇ ਉਹਨਾਂ ਨੂੰ ਸਰਟੀਫਿਕੇਟ ਜਿਹੜਾ ਉਹ ਇਸ਼ੂ ਕੀਤਾ ਜਾਂਦਾ। ਇਹ ਆਮ ਜਿਹੜਾ ਜ਼ਿਲ੍ਹੇ ਦਾ DC ਉਹ ਕਰਦਾ, ਜਾਂ ਜਿਹਨੂੰ ਇਹ ਜਿਹਨੂੰ ਪਾਵਰਾਂ ਜਿਹੜੀਆਂ ਉਹ ਗੌਰਮੈਂਟ ਨੇ ਦਿੱਤੀਆਂ ਹੋਣ, ਉਹਦੇ ਬਰਾਬਰ ਦਾ ਹੋਵੇ, ਉਹ ਜਿਹੜਾ ਉਹ ਵੀ ਇਹ ਕਰ ਸਕਦਾ। ਇਹਦਾ ਬਕਾਇਦਾ ਪ੍ਰੋਸੀਜਰ ਆ, ਅਖਬਾਰਾਂ 'ਚ ਛਪਣਾ ਆ, ਨੋਟਿਸ ਜਾਣੇ ਆ, ਤਸੱਲੀ ਕਰਨੀ ਆ, ਫਿਰ ਕੀਤਾ ਜਾਂਦਾ। ਸੋ ਵਿਆਹ ਰਜਿਸਟਰ ਉਹ ਹੁੰਦਾ ਜਿਹੜਾ ਪਹਿਲਾਂ ਵਿਆਹ ਹੋਇਆ ਹੋਵੇ ਉਹਨੂੰ ਰਜਿਸਟਰ ਕਰਨਾ। ਤਾਂ ਵਿਆਹ ਕਰਾਉਣ ਦਾ ਮਤਲਬ ਕਿ ਉਹ ਤੋਂ ਪਹਿਲਾਂ ਤੁਸੀਂ ਕੁਆਰੇ ਆ, ਤੁਸੀਂ ਵਿਆਹ ਅਣਵਿਆਹੇ ਆ, ਅਤੇ ਉੱਥੇ ਜਾ ਕੇ DC ਨੂੰ ਬੇਨਤੀ ਕੀਤੀ ਆ, ਉਹਨੂੰ ਆਪਣੀਆਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਤਾਂ ਹਿੰਦੂ ਮਤਲਬ ਸਪੈਸ਼ਲ ਮੈਰਿਜ ਐਕਟ ਥੱਲੇ ਜਿਹੜਾ 1954 'ਚ ਬਣਿਆ, ਉਹਦੇ ਤਹਿਤ
ਤੁਹਾਡਾ ਜਿਹੜਾ ਵਿਆਹ ਕਰ ਦੇਣਾ। ਉਹ ਪ੍ਰੋਸੀਜਰ ਜਿਹੜਾ ਮੈਂ ਦੱਸ ਕੇ ਹਟਿਆ ਉਹਦੇ ਤਹਿਤ ਵਜੇ। ਸਰ ਜਿਵੇਂ ਤੁਸੀਂ ਪ੍ਰੋਸੀਜਰ ਦੱਸਿਆ ਕਿ ਡੀਸੀ ਦੀ ਮਦਦ ਨਾਲ ਆਪਾਂ ਜੋ ਵਿਆਹ ਕਰਦੇ ਹਾਂ, ਪਰ ਇਸ ਤੋਂ ਇਲਾਵਾ ਕੀ ਹਾਈ ਕੋਰਟ ਵਿੱਚ ਆਪਾਂ ਵਿਆਹ ਕਰ ਸਕਦੇ ਹਾਂ? ਦੇਖੋ ਹਾਈ ਕੋਰਟ ਵੀ ਜਿਹੜਾ ਕੰਮ ਥੱਲੇ ਦੀਆਂ ਅਦਾਲਤਾਂ ਜੇ ਅਦਾਲਤਾਂ ਨਹੀਂ ਕਰਨਾ ਹੋਵੇ ਤਾਂ ਉਹ ਅਦਾਲਤਾਂ ਤੋਂ ਹਾਈ ਕੋਰਟ 'ਚ ਤਾਂ ਉੱਦਾਂ ਹੀ ਅਪੀਲਾਂ ਦਾ ਜਾਂ ਵੱਡਾ ਕੰਮ ਜਾਂਦਾ। ਹਾਈ ਕੋਰਟ ਵੀ ਪਹਿਲਾਂ ਸਾਫ਼ ਹੋ ਜਾਓ, ਹਾਈ ਕੋਰਟ ਵੀ ਤੁਹਾਡਾ ਕੋਈ ਵਿਆਹ ਨਹੀਂ ਕਰਦਾ। ਹਾਈ ਕੋਰਟ ਵਿੱਚ ਵੀ ਇਹ ਆ ਕਿ ਜਦੋਂ ਜੋੜੀ ਦੌੜਦੀ ਆ, ਫੜ ਨਹੀਂ ਹੁੰਦੀ, ਆਪਣੀ ਮਰਜ਼ੀ ਨਾਲ ਉਹਨੇ ਵਿਆਹ ਇੱਦਾਂ ਦਾ ਕੀਤਾ ਹੁੰਦਾ ਜਿਹਨੂੰ ਮੈਂ ਕਹਿਦਾ ਵੀ ਜਿਹੜੇ ਉਹਨੇ ਆਪਣੇ ਐਫੀਡੇਵਿਟ ਟੈਸਟ ਕਰਾਏ ਹੁੰਦੇ ਆ, ਫਿਰ ਵੀ ਉਹ ਕਰਦੇ ਉਹਦਾ ਪਿੱਛਾ ਨਹੀਂ ਛੱਡਦੇ ਵੀ ਲੱਭਣਾ, ਮਾਰ ਦੇਣਾ, ਐਂ ਕਰਨਾ, ਜਿਉਂ ਕਰਨਾ। ਉਹ ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਘਰਦਿਆਂ ਦਾ ਇਹ ਸੁਭਾਅ ਆ, ਪਰ ਉਹ ਸਟੈਪ ਲੈ ਬੈਠੇ ਆ। ਉਹ ਫਿਰ ਜਦੋਂ ਵਕੀਲਾਂ ਕੋਲ ਜਾਂਦੇ ਆ ਅਤੇ ਉਹ ਫਿਰ ਇੱਕ ਹੈ ਵੀ ਹਾਈ ਕੋਰਟ ਜਾਂਦੇ ਆ, ਉੱਥੇ ਕਹਿੰਦੇ ਜੀ ਆਹ ਸਾਡਾ ਵਿਆਹ ਹੋ ਗਿਆ ਆ, ਅਸੀਂ ਕਰਾ ਲਿਆ ਆ, ਸਾਡੀਆਂ ਫੋਟੋ ਆ, ਇਸ ਮੰਦਿਰ 'ਚ ਕਰਾ ਲਿਆ ਦੌੜ ਕੇ ਜਾਂ ਗੁਰਦੁਆਰੇ ਕਰਾ ਲਿਆ, ਕੋਈ ਜੋ ਵੀ ਸਬੂਤ ਉਹਦਾ ਪੇਸ਼ ਕਰਦੇ ਆ। ਅਤੇ ਫਿਰ ਪੁੱਛਦੇ ਵੀ ਹੁਣ ਕਾਹਦੀ ਪ੍ਰੋਬਲਮ ਆ, ਜੇ ਤੁਹਾਡਾ ਵਿਆਹ ਹੋ ਗਿਆ ਆ ਅਤੇ ਸਾਡੇ ਕੋਲ ਕੀ ਲੈਣਾ ਹੈ। ਫਿਰ ਉੱਥੇ ਦੱਸਿਆ ਜਾਂਦਾ ਵਕੀਲ ਰਾਹੀਂ ਕਿ ਮਹਾਰਾਜ ਇਹਨੇ ਵਿਆਹ ਕਰਾ ਲਿਆ, ਘਰ ਦੇ ਮੰਨਦੇ ਨਹੀਂ, ਉਹ ਇਹਨਾਂ ਨੂੰ ਮਾਰਨ ਨੂੰ ਫਿਰਦੇ ਆ ਜਾਂ ਇਹਨਾਂ ਦਾ ਨੁਕਸਾਨ ਕਰਨ ਨੂੰ ਫਿਰਦੇ ਆ। ਇਸ ਕਰਕੇ ਕੋਈ ਸਾਨੂੰ ਸ਼ੈਲਟਰ ਦਿੱਤੀ ਜਾਵੇ, ਕੋਈ ਸਾਡੀ ਮਦਦ ਕੀਤੀ ਜਾਵੇ। ਜਦੋਂ ਦੇਖਦੇ ਆ ਵੀ ਇਹ ਗੱਲ ਕਾਗਜ਼ ਜਾਂ ਹੋਰ ਫਾਰਮੈਲਿਟੀ ਪੂਰੀ ਆ, ਤਸੱਲੀ ਹੋ ਜਾਂਦੀ ਆ, ਤਾਂ ਫਿਰ ਜਿਹਦੇ ਮੂਹਰੇ ਪੇਸ਼ ਹੁੰਦੇ ਆ ਉਹ ਤੁਹਾਡੇ ਜਿਹੜਾ ਜ਼ਿਲ੍ਹਾ ਹੈ ਜਿਹਨਾਂ ਤੁਸੀਂ ਸੰਬੰਧ ਰੱਖਦੇ ਆ, ਉਹ ਜਾ ਕੇ ਜਿਹੜੇ ਆ ਪੁਲਿਸ ਡਿਪਾਰਟਮੈਂਟ ਆ, SSP ਜਾਂ SP ਆ, ਉਹਨੂੰ ਹਦਾਇਤ ਕਰਦੇ ਆ ਕਿ ਵੀ ਆਹ ਜੋੜੀ ਆ, ਇਹਨੇ ਆਹ ਵਿਆਹ ਕੀਤਾ, ਆਹ ਸਬੂਤ ਨਾਲ ਲਾਇਆ, ਕਿਰਪਾ ਕਰਕੇ ਜਾਂ ਹੁਕਮ ਕਰਦੇ ਆ ਵੀ ਇਹਨਾਂ ਦੀ ਹਿਫਾਜ਼ਤ ਕੀਤੀ ਜਾਵੇ। ਫਿਰ ਉਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਆ, ਇੱਕ ਦੀ ਮਿਲੇ, ਦੋ ਦੀ ਮਿਲੇ, 4 ਬੰਦਿਆਂ ਦੀ ਮਿਲੇ, 5 ਦੀ ਮਿਲੇ, ਮਤਲਬ ਜਿੱਦਾਂ ਦਾ ਉਹ ਸਮਝਦੇ ਆ ਜਾਂ ਜਿੱਦਾਂ ਦਾ ਇਨਵਾਇਰਮੈਂਟ ਬਣਦਾ, ਉਹ ਫਿਰ ਜਿੱਥੇ ਵੀ ਰਹਿੰਦੇ ਆ ਉਹਨਾਂ ਨੂੰ ਉਹ ਇੱਕ ਪੁਲਿਸ ਮਦਦ ਮਿਲ ਜਾਂਦੀ ਆ। ਜਦੋਂ ਫਿਰ ਘਰਦਿਆਂ ਨੂੰ ਇਹ ਗੱਲ ਦਾ ਪਤਾ ਲੱਗਦਾ ਵੀ ਉਹਨਾਂ ਨੂੰ ਤਾਂ ਪੁਲਿਸ ਦੀ ਮਦਦ ਵੀ ਮਿਲ ਗਈ ਆ, ਉਹ ਫਿਰ ਕੋਈ ਗਲਤ ਅਟੈਂਪਟ ਕਰਨ ਤੋਂ, ਗਲਤ ਕੰਮ ਕਰਨ ਤੋਂ ਫਿਰ ਝਿਜਕਦੇ ਆ। ਇੱਦਾਂ ਫਿਰ ਉਹ ਆਪਣਾ ਜ਼ਿੰਦਗੀ ਜਿਹੜੇ ਆ ਜੀਵਨ ਬਤੀਤ ਕਰਦੇ ਆ। ਜਦੋਂ ਨੋਰਮਲ ਹੋ ਜਾਂਦੇ ਆ ਉਦੋਂ ਫਿਰ ਨੋਰਮਲ ਉਹ ਪੁਲਿਸ ਠਾ ਵੀ ਦਿੰਦੇ ਆ। ਕਈ ਵਾਰੀ ਆ ਵੀ ਘਰਦਿਆਂ ਦਾ ਦਾਅ ਲੱਗ ਜਾਵੇ, ਉਹ ਨੁਕਸਾਨ ਵੀ ਪਹੁੰਚਾ ਦਿੰਦੇ ਆ। ਤਾਂ ਸੋ ਇਹ ਆ ਅਖੀਰ ਵਿੱਚ ਵੀ ਹਾਈ ਕੋਰਟ ਕੋਈ ਵਿਆਹ ਨਹੀਂ ਕਰਦਾ, ਪਰ ਜਦੋਂ ਹਾਈ ਕੋਰਟ ਤੋਂ ਜਾ ਕੇ ਤੁਸੀਂ ਆਪਣੀ ਮਦਦ ਲਈ ਪੁਲਿਸ ਹੈਲਪ ਲੈ ਲੈਂਦੇ ਆ, ਉਹ ਤੁਹਾਨੂੰ ਪੁਲਿਸ ਸਾਹਿਬ ਸਿਕਿਉਰਿਟੀ ਜਿਹੜੀ ਹੈ ਪ੍ਰਦਾਨ ਕਰ ਦਿੰਦੇ ਆ ਵੀ ਇਹ ਜੋੜੇ ਨੇ ਵਿਆਹ ਕੀਤਾ, ਵਿਆਹ ਕਰਨਾ ਕੋਈ ਜੁਰਮ ਨਹੀਂ, ਦੋਨੇ ਮੇਜਰ ਆ, ਕਰਾ ਸਕਦੇ ਆ। ਅਸੀਂ ਮੰਨਦੇ ਹਾਂ ਕਿ ਇਹਨਾਂ ਦਾ ਵਿਆਹ ਹੋ ਚੁੱਕਾ ਆ, ਪਰ ਹੁਣ ਘਰ ਦੇ ਜਾਂ ਰਿਸ਼ਤੇਦਾਰ ਜਾਂ ਸਕੇ ਜਾਂ ਜਿਹੜੇ ਹੋਰ ਆ ਉਹ ਇਹਨਾਂ ਨੂੰ ਟਿਕਟ ਨਹੀਂ ਦਿੰਦੇ, ਇਸ ਕਰਕੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ। ਉਹ ਕਹਿੰਦੇ ਆ ਇਹ ਤਾਂ ਬਈ ਹਾਈ ਕੋਰਟ ਤੋਂ ਵਿਆਹ ਕਰਾ ਕੇ ਆਏ ਆ। ਕਰਦਿਆਂ 'ਤੇ ਫਿਰ ਇੰਪਰੈਸ਼ਨ ਹੁੰਦਾ ਜਾਂ ਦੂਜਿਆਂ ਲੋਕਾਂ 'ਤੇ ਲੈ ਬਈ ਹੁਣ ਤਾਂ ਨਹੀਂ ਬਹੁਤ ਵੱਡਾ ਸਟੈਪ ਕਰ ਲਿਆ, ਹਾਈ ਕੋਰਟ ਤੋਂ ਵਿਆਹ ਕਰ ਲਿਆ, ਹੁਣ ਇਹ ਵਿਆਹ ਕੈਂਸਲ ਨਹੀਂ ਹੋ ਸਕਦਾ, ਹੁਣ ਆਪਾਂ ਕੁਛ ਨਹੀਂ ਕਰਨਾ। ਪਰ ਜਿਹੜੇ ਲੋਕਾਂ ਨੂੰ ਪਤਾ ਕਿ ਇਹ ਜਿਹੜੀ ਹੈ ਇੱਕ ਮਦਦ ਹੀ ਲਈ ਹੁੰਦੀ ਆ, ਪੁਲਿਸ ਹੈਲਪ ਹੀ ਹੁੰਦੀ ਆ, ਉਹ ਵੀ ਜੋ ਨਹੀਂ ਕਰਨਾ ਹੋਵੇ ਕਰਦੇ ਆ। ਲੇਕਿਨ ਇਹ ਆ ਵੀ ਤੁਹਾਡਾ ਸਵਾਲ ਸੀ ਵੀ ਹਾਈ ਕੋਰਟ ਵਿਆਹ ਕਰਦਾ ਕਿ ਨਹੀਂ, ਜਾਂ ਹਾਈ ਕੋਰਟ ਵਿੱਚ ਵਿਆਹ ਹੋ ਸਕਦਾ ਕਿ ਨਹੀਂ। ਇਹਦਾ ਜਵਾਬ ਇਹ ਆ ਕਿ ਹਾਈ ਕੋਰਟ ਵੀ ਕੋਈ ਵਿਆਹ ਨਹੀਂ ਕਰਦੇ। ਜੇ ਤੁਹਾਡਾ ਵਿਆਹ ਹੋਇਆ ਹੋਵੇ ਤੁਸੀਂ ਜਾ ਕੇ ਦੱਸੋ, ਹਲਫੀਆ ਬਿਆਨ ਦਿਓ, ਆਪਣੀਆਂ ਫੋਟੋ ਪੇਸ਼ ਕਰੋ, ਆਪਣੀ ਜਨਮ ਤਰੀਕ ਪੇਸ਼ ਕਰੋ ਵੀ ਅਸੀਂ ਬਾਲਗ ਹਾਂ, ਜਾਂ ਜੋ ਵੀ ਉਹਦੀਆਂ ਫਾਰਮੈਲਿਟੀਆਂ ਹੁੰਦੀਆਂ ਉਹ ਲੈ ਕੇ ਤਾਂ ਤੁਹਾਨੂੰ ਪੇਸ਼ ਕਰ ਦਿੱਤਾ ਜਾਂਦਾ। ਅਤੇ ਰਿਕੁਐਸਟ ਇਹ ਕੀਤੀ ਜਾਂਦੀ ਆ ਵੀ ਇਹ ਜੋੜੇ ਨੂੰ ਜੀ ਇਹ ਤਾਂ ਆਪਣਾ ਜੀਵਨ ਅੱਛਾ ਬਤੀਤ ਕਰ ਸਕਦੇ ਆ, ਇਹਨਾਂ ਨੂੰ ਘਰਦਿਆਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਡਰਿਆ, ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ। ਅਤੇ ਉਹ ਫਿਰ ਉਹ ਡਿਪਾਰਟਮੈਂਟ ਨੂੰ ਲਿਖ ਦਿੰਦੇ ਆ ਵੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ। ਸਿਕਿਉਰਿਟੀ ਮਿਲ ਜਾਂਦੀ ਆ ਅਤੇ ਉਹਨੂੰ ਕਹਿ ਦਿੰਦੇ ਵੀ ਇਹਨਾਂ ਦਾ ਹਾਈ ਕੋਰਟ ਤੋਂ ਵਿਆਹ। ਸਰ ਜੀ ਸਾਡਾ ਇੱਕ ਆਖਰੀ ਸਵਾਲ ਹੈ ਕਿ ਜਦੋਂ ਅਜਿਹੇ ਜਿਹੜੇ ਪ੍ਰੋਸੀਜਰਸ ਨੇ ਇਹਨਾਂ ਵਿੱਚ ਜੇ ਤਲਾਕ ਹੋ ਜਾਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਤੁਹਾਡਾ ਮਤਲਬ ਆ ਵੀ ਜੇ ਇਹ ਜਿਹੜੇ ਵਿਆਹ ਬਿਆਨ ਦੱਸੇ ਆ ਵੀ ਲਾ ਲਓ ਤੁਸੀਂ ਵੀ ਹਲਫੀਆ ਬਿਆਨ ਨੂੰ ਟੈਸਟ ਕਰਾਉਣੇ ਜਾਂ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈਣੀ, ਜਿਹਨੂੰ ਆਪਾਂ ਹਾਈ ਕੋਰਟ ਦਾ ਵਿਆਹ ਕਹਿੰਦੇ ਆ, ਜਾਂ ਸਪੈਸ਼ਲ ਮੈਰਿਜ ਐਕਟ ਦੇ ਥੱਲੇ ਵਿਆਹ ਕਰਾਉਣਾ ਜਾਂ ਵਿਆਹ ਰਜਿਸਟਰ ਕਰਾਉਣਾ, ਜੇ ਇਹਨਾਂ ਵਿੱਚ ਤਲਾਕ ਹੋ ਜਾਵੇ ਫਿਰ ਕੀ ਕਰਨਾ? ਦੇਖੋ ਜੀ, ਤਲਾਕ ਹੋਣ ਤੋਂ ਬਾਅਦ
ਉਹ ਸਾਰੇ ਕਾਨੂੰਨ ਹੀ ਇਹਨਾਂ ਤੇ ਲਾਗੂ ਹੋਣੇ ਆ ਜੋ ਆਮ ਹੁੰਦੇ ਆ। ਜਿੱਦਾਂ ਜੇ ਤੁਸੀਂ ਵਿਆਹ ਕਰਾ ਲਿਆ, ਤੁਸੀਂ ਇਕੱਠੇ ਰਹੀ ਜਾਂਦੇ ਆ, ਕਿਸੇ ਸਟੇਜ ਤੇ ਜਾ ਕੇ ਤੁਹਾਡੇ ਵਿੱਚ ਬੱਚੇ ਪੈਦਾ ਹੋ ਜਾਂਦੇ ਆ, ਤੁਸੀਂ ਅਲੱਗ ਹੋਣਾ ਚਾਹੁੰਦੇ ਆ, ਬੱਚਾ ਕੇਨ ਰੱਖਣਾ, ਬੱਚਾ ਕੇਨ ਨਹੀਂ ਰੱਖਣਾ, ਇਹਦਾ ਕੋਈ ਰੌਲਾ ਪੈ ਗਿਆ ਤਾਂ ਫਿਰ ਤੁਹਾਨੂੰ ਬੱਚੇ ਦੀ ਕਸਟਡੀ ਲੈਣ ਲਈ ਤੁਹਾਨੂੰ ਕਸਟਡੀ ਜੱਜ ਕੋਲ ਜਾਣਾ ਪਊਗਾ, ਜਿਹੜੀ ਆਮ ਕਰਕੇ ਸੀਨੀਅਰ ਸਬ ਜੱਜ ਕੋ ਹੁੰਦੀ ਆ ਵੀ ਇਹ ਬੱਚਾ ਮੈਂ ਰੱਖਣਾ। ਉਹ ਕਹਿੰਦੀ ਦੂਜੀ ਤੁਹਾਡੀ ਵਾਈਫ ਕਹਿੰਦੀ ਆ, ਜਾਂ ਉਹ ਜੋੜੇ ਦੀ ਵਾਈਫ ਕਹਿੰਦੀ ਆ ਵੀ ਮੈਂ ਰੱਖਣਾ। ਝਗੜਾ ਪੈ ਜਾਵੇ ਤਾਂ ਗਾਰਡੀਅਨ ਕੋਰਟ ਕੋ ਜਾਣਾ ਪੈਂਦਾ। ਉਹ ਤੁਹਾਨੂੰ ਉਹਦੇ ਮੁਤਾਬਕ ਜਿਹਦੇ ਚੰਗਾ ਸਮਝਦੇ ਆ, ਬੱਚੇ ਦਾ ਭਵਿੱਖ ਚੰਗਾ ਸਮਝਦੇ ਆ, ਉਹ ਆਪਾਂ ਇੱਕ ਦਿਨ ਡਿਸਕਸ ਕੀਤਾ ਹੈ, ਉਹਦੇ ਮੁਤਾਬਕ ਉਹ ਬੱਚਾ ਉਹਨੂੰ ਦੇ ਦਿੰਦੇ ਆ। ਹੁਣ ਆ ਗਈ ਗੱਲ ਇਹ ਤੋਂ ਇਲਾਵਾ ਕੋਈ ਤੁਹਾਡੀ ਜਾਇਦਾਦ ਦਾ ਝਗੜਾ ਹੋ ਸਕਦਾ, ਜਾਂ ਤੁਸੀਂ ਫਿਰ ਘਰ ਵਾਲੀ ਛੱਡ ਦਿੱਤੀ ਆ, ਜਾਂ ਤੁਹਾਡੀ ਮੈਰਿਜ ਟੁੱਟ ਗਈ ਆ, ਤਾਂ ਉਹ ਵੀ ਫਿਰ ਉੱਦਾਂ ਹੀ ਕੇਸ ਕਰਕੇ ਆਪਣਾ ਗੁਜ਼ਾਰਾ ਭੱਤਾ ਲੈ ਸਕਦੀ ਆ। ਜਿੱਦਾਂ ਆਪਾਂ ਗੁਜ਼ਾਰਾ ਭੱਤਾ ਬਾਰੇ ਵੀ ਆਪਾਂ ਡਿਸਕਸ ਕੀਤਾ ਸੀ। ਉਹ ਕਹੇ ਕਿ ਮੈਂ ਇੱਦਾਂ ਵਿਆਹ ਕਰਾਇਆ ਸੀ, ਐਡੇ ਚਿਰ ਤੋਂ ਇਕੱਠੇ ਰਹਿੰਦੇ ਆ, ਇੰਨੇ ਬੱਚੇ ਆ ਜਾਂ ਨਹੀਂ ਬੱਚੇ ਆ, ਹੁਣ ਇਹ ਮੈਨੂੰ ਛੱਡਦਾ, ਇਸ ਕਰਕੇ ਮੈਂ ਕੋਈ ਕਮਾਉਂਦੀ ਨਹੀਂ, ਇਹ ਕਮਾਉਂਦਾ ਆ ਅਤੇ ਮੈਨੂੰ ਬਣਦਾ ਮੇਰਾ ਰੁਜ਼ਗਾਰ ਭੱਤਾ, ਮੇਰਾ ਜੋ ਹੱਕ ਬਣਦਾ ਉਹ ਮੈਨੂੰ ਦਿੱਤਾ ਜਾਵੇ। ਉਹ ਫਿਰ ਉਸ ਅਦਾਲਤ ਵਿੱਚ ਜਾਣਾ ਪਊਗਾ ਜਿਹੜੀ ਅਦਾਲਤ ਵਿੱਚ ਮਤਲਬ ਬਾਕੀ ਵਿਆਹਾਂ ਦੇ ਵੇਲੇ ਆਪਾਂ ਜਾਂਦੇ ਹਾਂ। ਸਾਰੇ ਉਹੋ ਹੀ ਕਾਨੂੰਨ ਲੱਗਣੇ ਆ ਜਿਹੜੇ ਬਾਕੀ ਕੇਸਾਂ ਵਿੱਚ, ਜਿੱਦਾਂ ਤਲਾਕ ਜੇ ਹੋ ਗਿਆ ਜਾਂ ਇਕੱਠੇ ਨਹੀਂ ਰਹਿੰਦੇ, ਜਿਹੜੀ ਚੀਜ਼ ਵੀ ਜੇ ਪ੍ਰਾਪਰਟੀ ਦਾ, ਬੱਚੇ ਦਾ ਝਗੜਾ ਜਾਂ ਕੋਈ ਹੋਰ ਝਗੜਾ, ਜਿਹੜੇ ਝਗੜੇ ਆ ਉਹ ਜਿਹੜੀਆਂ ਅਦਾਲਤਾਂ ਉਹਨਾਂ ਝਗੜਿਆਂ ਨੂੰ ਹੱਲ ਕਰਦੀਆਂ, ਇਹਨਾਂ ਦੇ ਝਗੜੇ ਵੀ ਉਹੋ ਹੀ ਅਦਾਲਤਾਂ ਹੀ ਕਰਨਗੀਆਂ, ਇਹ ਨਹੀਂ ਵੀ ਇਹਨੂੰ ਕੋਈ ਹੋਰ ਕਰਦਾ। ਸੋ ਅੱਜ ਅਸੀਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ ਅਦਾਲਤਾਂ ਰਾਹੀਂ ਹੋਣ ਵਾਲੇ ਵਿਆਹਾਂ ਬਾਰੇ ਚਰਚਾ ਕੀਤੀ। ਅਗਲੇ ਐਪੀਸੋਡ ਵਿੱਚ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਧੰਨਵਾਦ।